बिस्मिल्लाह वेलकम करना मैं दोनों अपने यूट्यूब चैनल ਤੇ ਉਮੀਦ ਕਰਨਾ ਤੁਸੀਂ ਸਾਰੇ ਖੈਰਿਅਤ ਨਾਲ ਹੋਵੋਗੇ। ਤੁਹਾਡੀ ਈਦ ਵੀ ਮੇਰੇ ਤਰ੍ਹਾਂ ਬਿਹਤਰ ਗੁਜ਼ਰੀ ਹੋਵੇਗੀ। ਸਾਡੀ ਈਦ ਤਾਂ ਫਿਰ ਟੈਨਸ਼ਨਾਂ 'ਚ ਪਰੇਸ਼ਾਨੀਆਂ ਅਤੇ ਕਦੀ ਬਹਿ ਕੇ ਗੁਜ਼ਰੀ ਹੈ ਅਤੇ ਉਮੀਦ ਕਰਨਾ ਤੁਸੀਂ ਸਾਰੇ ਖੈਰਿਅਤ ਨਾਲ ਹੋਵੋਗੇ। ਅਤੇ ਇਹ ਮੈਂ ਗਿਆ ਸਾਂ ਆਪਦੇ ਪਿੰਡ ਈਦ ਦੇ ਦੂਸਰੇ ਦਿਨ ਅਸੀਂ ਗਏ ਸਾਂ ਆਪਦੇ ਪਿੰਡ ਅਤੇ ਇਹਦਾ ਦੂਸਰਾ ਦਿਨ ਪਿੰਡ ਵਿੱਚ ਇੰਜੋਏ ਕਰਨ ਗਏ ਸਾਂ ਜਿੱਥੇ ਗੰਦਮ ਬੀਜੀ ਹੋਈ ਉੱਥੇ। ਅਤੇ ਆ ਵੇਖ ਲਓ ਗੰਦਮ ਦਾ ਸੀਜ਼ਨ ਸਟਾਰਟ ਹੋ ਚੁੱਕਾ ਹੈ। ਮੇਰਾ ਵਲੋਗ ਅੱਜ ਦਾ ਵਲੋਗ ਸਿਰਫ ਗੰਦਮ ਦੇ ਬਾਰੇ ਕਿ ਗੰਦਮ ਦੀ ਫਸਲ ਦੇ ਬਾਰੇ ਅੱਜ ਦਾ ਮੈਂ ਵਲੋਗ ਕਰ ਰਿਹਾ ਕਿ ਗੰਦਮ ਦੀ ਫਸਲ ਕਿਸ ਤਰ੍ਹਾਂ ਹੁੰਦੀ ਹੈ। ਅਤੇ ਹੁਣ ਗੰਦਮ ਦੀ ਫਸਲ ਦਾ ਹੋ ਗਿਆ ਸੀਜ਼ਨ ਸਟਾਰਟ ਅਤੇ ਫਿਰ ਇਸ ਲਈ ਮੈਂ ਆਖਿਆ ਤੁਹਾਨੂੰ ਅੱਜ ਗੰਦਮ ਦੇ ਬਾਰੇ ਵਲੋਗ ਬਣਾ ਕੇ ਸਾਨੂੰ ਵਿਖਾਈਏ ਕਿਉਂਕਿ ਹੁਣ ਗੰਦਮ ਦੀ ਕਟਾਈ ਸ਼ੁਰੂ ਹੋਣ ਲੱਗੀ ਹੈ ਪੱਕਣ ਤੋਂ ਬਾਅਦ। ਅਤੇ ਇਹ ਵੇਖ ਸਕਦੇ ਜਿਵੇਂ ਗੰਦਮ ਦੀ ਫਸਲਾਂ 'ਚੋਂ ਗੁਜ਼ਰ ਰਹੇ ਹਾਂ ਇਸ ਟਾਈਮ ਜ਼ਮੀਨ ਸੋਨਾ ਉਗਰ ਰਹੀ ਹੈ ਮਤਲਬ ਗੰਦਮ ਵੇਖ ਲਓ ਸੋਨੇ ਰੰਗਾ ਰੰਗ ਹੈ ਗੰਦਮ ਦਾ ਕਿੱਡਾ ਪਿਆਰਾ ਫਸਲਾਂ ਲੱਗ ਰਹੀਆਂ ਨੇ ਗੰਦਮ ਦੀਆਂ ਪੱਕੀਆਂ ਹੋਈਆਂ। ਮੈਂ ਤੁਹਾਨੂੰ ਵਿਖਾ ਰਿਹਾ ਨਾਲ ਫੋਕਸ ਮਾਰ ਕੇ ਕਿ ਕਿਸ ਤਰ੍ਹਾਂ ਲੱਗਦੀਆਂ ਨੇ ਗੰਦਮ ਦੀਆਂ ਫਸਲਾਂ ਵੇਖਦੇ ਚਲੋ ਨਾਲ ਫਸਲਾਂ ਕਿੰਨੀਆਂ ਪਿਆਰੀਆਂ ਨੇ। ਅਤੇ ਇਹ ਸੀਜ਼ਨ ਹੁਣ ਸ਼ੁਰੂ ਹੈਗਾ ਗੰਦਮ ਦਾ ਅਤੇ ਇਹ ਵੇਖ ਲਓ ਹੁਣ ਗੰਦਮ ਕਿੱਥੋਂ ਸ਼ੁਰੂ ਹੋਈ ਹੁਣ 6 ਮਹੀਨੇ 'ਚ ਆ ਚੁੱਕੀ ਹੈ ਅਤੇ ਹੁਣ ਪੱਕਣ ਤੱਕ ਆ ਚੁੱਕੀ ਹੈ। ਕਿਵੇਂ ਮਰਲੇ ਗੁਜ਼ਰੇ 3 ਪਾਣੀ ਲੱਗੇ ਅਤੇ 3-4 ਖਾਦਾਂ ਲੱਗੀਆਂ ਫਿਰ ਉਸ ਤੋਂ ਬਾਅਦ ਸਪਰੇਅ ਲੈਦਾ ਅਤੇ ਇੰਨੇ ਖਰਚੇ ਤੋਂ ਬਾਅਦ ਹੁਣ ਜਾ ਕੇ ਪੱਕੀ ਹੈ। ਅਤੇ ਅਗਾਂਹ ਹੁਕੂਮਤ ਦੀ ਤਰਫੋਂ ਰੇਟ ਨਾ ਦੇਣਾ ਬਹੁਤ ਜ਼ਿਆਦੀ ਕਿਸਾਨਾਂ ਨਾਲ ਅਤੇ ਅੱਲਾ ਕਿਸਾਨਾਂ ਦਾ ਭਲਾ ਕਰੇ ਆਮੀਨ। ਅਤੇ ਵੇਖ ਸਕਦੇ ਜੇ ਤੁਸੀਂ ਫਸਲਾਂ ਕਿਸ ਤਰ੍ਹਾਂ ਪਿਆਰੀਆਂ ਲੱਗ ਰਹੀਆਂ ਨੇ। ਹੁਣ ਇਸੇ ਗੰਦਮ ਤੋਂ ਜਿਹੜੇ ਪਕਾਈ ਹੋਣੀ ਹੈ ਫਿਰ ਨਾਲ ਮਸ਼ੀਨ ਲੱਗੇਗੀ ਥ੍ਰੈਸ਼ਰ ਲੱਗੇਗੀ ਕੋਈ ਹਾਰਵੈਸਟਰ ਲਵਾਏਗਾ ਅਤੇ ਫਿਰ ਗੰਦਮ ਨਿਕਲੇਗੀ। ਫਿਰ ਇਸ ਤੋਂ ਇਹਦੇ ਤੋਂ ਤੂੜੀ ਲਈ ਜਾਂਦੀ ਹੈ। ਤੂੜੀ ਕਿਹੜੀ ਹੁੰਦੀ ਹੈ ਉਹ ਹੁੰਦੀ ਹੈ ਤੂੜੀ ਹੁੰਦੀ ਹੈ ਮੋਸ਼ਿਆਂ ਦੇ ਚਾਰੇ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਉਹਨਾਂ ਦੇ ਚਾਰੇ ਵਿੱਚ ਪਾ ਕੇ ਦਿੱਤੀ ਜਾਂਦੀ ਹੈ ਮੋਸ਼ਿਆਂ ਨੂੰ ਖਵਾਈ ਜਾਂਦੀ ਹੈ। ਤੂੜੀ ਜਿਹੜੀ ਹੁੰਦੀ ਹੈ ਉਹ ਵੀ ਇਸ ਗੰਦਮ ਤੋਂ ਹਾਸਲ ਕੀਤੀ ਜਾਂਦੀ ਹੈ। ਮੈਦਾ ਆਟਾ ਹਰ ਚੀਜ਼ ਆਪਾਂ ਇਸ ਗੰਦਮ ਤੋਂ ਹਾਸਲ ਕਰਨੇ ਹਾਂ। ਅਤੇ ਹੁਣ ਵੇਖੋ ਇਹ ਪੱਕਣ 'ਤੇ ਆ ਚੁੱਕੀ ਹੈ। ਇਹਦੇ ਸਭ ਤੋਂ ਕਟਾਈ ਦੇ ਮਲਾਇਰ ਮੈਂ ਤੁਹਾਨੂੰ ਦੱਸ ਦੇਣਾ ਸਭ ਤੋਂ ਪਹਿਲੇ ਪੱਕੇਗੀ ਪੱਕਣ ਤੋਂ ਬਾਅਦ ਫਿਰ ਇਹਨੂੰ ਕਟਵਾਇਆ ਜਾਂਦਾ ਹੈ ਬੰਦਿਆਂ ਤੋਂ ਮਜ਼ਦੂਰੀ ਕਰਨ ਅਤੇ 1 ਕਿੱਲੇ ਦੀ ਮੈਂ 3 ਜਾਂ 4 ਮਣ ਚੱਲ ਰਹੀ ਹੈ ਇਸ ਟਾਈਮ ਦਿਹਾੜੀ 1 ਕਿੱਲੇ ਵਿੱਚ ਗੰਦਮ ਦੀ। ਅਤੇ ਉਸ ਤੋਂ ਬਾਅਦ ਫਿਰ ਕਟਾਈ ਕਰਨ ਤੋਂ ਬਾਅਦ ਇਹਨਾਂ ਨੂੰ ਫਿਰ ਬੰਨ੍ਹਿਆ ਜਾਂਦਾ ਹੈ। ਬੰਨ੍ਹਣ ਤੋਂ ਬਾਅਦ ਫਿਰ ਇਸ ਫਸਲ ਨੂੰ ਅੱਗੇ ਤਿਆਰ ਕੀਤਾ ਜਾਂਦਾ ਹੈ ਅਗਲੇ ਮਰਲੇ ਵਾਸਤੇ ਫਿਰ ਰੱਖ ਦਿੱਤਾ ਜਾਂਦਾ ਹੈ। ਜਿਸ ਲਈ ਮਸ਼ੀਨ ਲੱਭ ਜਾਏ ਥ੍ਰੈਸ਼ਰ ਉਹ ਥ੍ਰੈਸ਼ਰ ਲਿਆ ਕੇ ਇਹਨੂੰ ਫਿਰ ਮਸ਼ੀਨ ਲਾਈ ਜਾਂਦੀ ਹਾਰਵੈਸਟਿੰਗ ਹੁੰਦੀ ਇਹਦੀ ਗੰਦਮ ਦੀ ਫਸਲ ਦੀ। ਹਾਰਵੈਸਟਿੰਗ ਹੋਣ ਤੋਂ ਬਾਅਦ ਫਿਰ ਇਹਨੂੰ ਨਾ ਅਗਲੇ ਹਫ਼ਤੇ ਚੰਗੀ ਤਰ੍ਹਾਂ ਇਸ ਗੰਦਮ ਦੀ ਫਸਲ ਨੂੰ ਹਾਰਵੈਸਟਿੰਗ ਕਰਨ ਤੋਂ ਬਾਅਦ ਅਗਲੇ ਮਰਲੇ ਵਾਸਤੇ ਫਿਰ ਕੀਤਾ ਜਾਂਦਾ ਹੈ ਮਸ਼ੀਨ ਵਿੱਚ ਹਾਰਵੈਸਟਿੰਗ ਹੁੰਦੀ ਹੈ ਸੱਟਿਆ ਜਾਂਦਾ ਹੈ। ਫਿਰ ਇੱਕ ਤਰਫ ਗੰਦਮ ਨਿਕਲ ਰਹੀ ਹੁੰਦੀ ਹੈ ਦੂਸਰੀ ਤਰਫ ਜੋ ਕਿ ਤੂੜੀ ਗੱਠਾ ਹੁੰਦਾ ਹੈ ਉਹ ਤੂੜੀ ਬਾਅਦ 'ਤੇ ਦੂਜੇ ਪਾਸੇ ਚਲਾ ਜਾਂਦਾ ਹੈ ਤੂੜੀ ਲਹਿਦਾ ਹੋ ਜਾਂਦੀ ਹੈ। ਫਿਰ ਉਸ ਤੂੜੀ ਨੂੰ ਦਾ ਵੀ ਰੇਟ ਅੱਜ ਕੱਲ੍ਹ 30-40 ਹਜ਼ਾਰ ਰੁਪਏ ਹੈਗਾ 1 ਕਿੱਲੇ ਦਾ ਤੂੜੀ ਦਾ ਰੇਟ ਵੀ। ਅਤੇ ਕੁਛ ਬੰਦੇ ਵੇਚ ਲੈਂਦੇ ਨੇ ਕੁਛ ਹੁੰਦੇ ਨੇ ਆਪਦੇ ਫਸਲਾਂ ਮੋਸ਼ਿਆਂ ਵਾਸਤੇ ਰੱਖ ਲੈਂਦੇ ਨੇ ਉਹਨਾਂ ਚਾਰੇ ਵਿੱਚ ਪਾ ਕੇ ਮੋਸ਼ਿਆਂ ਨੂੰ ਖਿਲਾਉਂਦੇ ਨੇ। ਇਹ ਜੇ ਮਤਲਬ ਗੰਦਮ ਦੀ ਫਸਲ ਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੇਚਿਆ ਜਾਂਦਾ ਹੈ। ਵੇਚਣ ਤੋਂ ਬਾਅਦ ਫਿਰ ਇਹਨਾਂ ਰੇਟ ਲਏ ਜਾਂਦੇ ਜੋ ਕਿ ਇਸ ਸਾਲ ਬਹੁਤ ਕਮ ਰੇਟ ਹੈ ਕਿਸਾਨਾਂ ਨੇ ਖਰਚਾ ਬਹੁਤ ਹੋਇਆ ਰੇਟ ਉਹ ਨਹੀਂ ਮਿਲ ਰਿਹਾ ਜੋ ਕਿ ਬਹੁਤ ਅਫਸੋਸ ਦੀ ਗੱਲ ਹੈ। ਫਿਰ ਉਸ ਤੋਂ ਬਾਅਦ ਦੂਸਰਾ ਤਰੀਕਾ ਹੁੰਦਾ ਹੈ ਗੰਦਮ ਦੀ ਫਸਲ ਦਾ ਦੂਸਰਾ ਤਰੀਕਾ ਹੈਗਾ ਹੈ ਹਾਰਵੈਸਟਰ ਲਾਉਣ ਵਾਲਾ। ਹਾਰਵੈਸਟਰ ਲਾਈ ਜਾਂਦੀ ਗੰਦਮ ਦੀ ਫਸਲ ਨੂੰ। ਹਾਰਵੈਸਟਿੰਗ ਦੇ ਦੌਰਾਨ ਫਿਰ ਤੂੜੀ ਨਹੀਂ ਨਿਕਲਦੀ ਹੁਣ ਤਾਂ ਮਸ਼ੀਨ ਆ ਗਈ ਹੈ ਤੂੜੀ ਕੱਢਣ ਵਾਲੀ ਵੀ। ਹਾਰਵੈਸਟਰ ਦੇ ਜ਼ਰੀਏ ਫਿਰ ਗੰਦਮ ਨੂੰ ਕੱਟਿਆ ਜਾਂਦਾ ਉਹ ਸਾਰੀ ਕੱਟ ਤੋਂ ਉਵੇਂ ਗੰਦਮ ਕੱਢੀ ਰੱਖਦੀ ਨਾਲ। ਅਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ। ਅੱਜ ਦਾ ਬਹੁਤ ਸਾਰਾ ਖਿਆਲ ਰੱਖਾ ਜੀ ਦੁਆ ਵਿੱਚ ਯਾਦ ਰੱਖਾ ਜੀ ਇਸ ਦੁਆ ਨਾਲ ਕਿ ਅੱਲਾ ਕਿਸਾਨਾਂ ਦਾ ਭਲਾ ਕਰੇ ਉਹਨਾਂ ਨੂੰ ਅੱਛੇ ਰੇਟ ਦੇਵੇ ਕਿਸੇ ਕਿਸਾਨ ਨੂੰ ਉਮੀਦ ਤੋਂ ਕਮ ਰੇਟ ਨਾ ਮਿਲੇ ਜਿੰਨੀ ਉਹਨੇ ਮਿਹਨਤ ਕੀਤੀ ਉਹਨੂੰ ਉਸ ਮਿਹਨਤ ਦਾ ਅਜਰ ਮਿਲੇ। ਇਸ ਦੇ ਦੁਆ ਨਾਲ ਆਪਦਾ ਬਹੁਤ ਸਾਰਾ ਖਿਆਲ ਰੱਖਾ ਜੇ ਮੈਨੂੰ ਦੁਆ ਵਿੱਚ ਯਾਦ ਰੱਖਾ ਜੇ ਅਤੇ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।